किताब विपरण की रीत तो सच दा मार्ग भाग तीजा। लेखक सरदार गुरबख्श सिंह काला अफगाना। पहले कांड दा 8वां भाग मूरत महूरत पल अते चसा। वाहिगुरू जी का खालसा वाहिगुरू जी की फतेह। आओ हुण तत्ते नूं सिहारी तो बिना मम्मे दलैंकड़ रारा तत्ता मूरत दे गुरबाणी अर्थ समझ लईए। ਪਹਿਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ। ਪੰਨਾ 404। ਅਰਥ ਸਾਧ ਸੰਗਤ ਵਿੱਚ ਅੱਠੇ ਪਹਿਰ ਪਲ ਪਲ ਘੜੀ ਘੜੀ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਏ ਜਾਂਦੇ ਹਨ। ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਧੰਨ ਮੂਰਤ ਚਸੇ ਪਲ ਘੜੀਆਂ, ਧੰਨ ਸੋ ਓਏ ਸੰਜੋਗਾ ਜੀਓ। ਪੰਨਾ 99। ਰੈਣ ਸੁਹਾਵੜੀ ਦਿਨ ਸੋ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਘੜੀ ਮੂਰਤ ਸਿਮਰਤ ਪਲ ਵੰਝੈ, ਜੀਵੇਂ ਸਫਲ ਤਿਥਾਈ ਜੀਓ। ਪੰਨਾ 107। ਸਾਸ ਸਾਸ ਨਾ ਘੜੀ ਵਿਸਰੈ, ਪਲ ਮੂਰਤ ਦਿਨ ਰਾਤੇ। ਨਾਨਕ ਸਾਰੰਗ ਜਿਉ ਪਿਆਸੇ, ਕਿਉ ਮਿਲੀਏ ਪ੍ਰਭ ਦਾਤੇ। ਪੰਨਾ 247। ਸਿਮਰੇ ਘੜੀ ਮੂਰਤ ਪਲ ਨਿਮਖਾ, ਸਿਮਰੇ ਕਾਲ ਅਕਾਲ ਸੁਚ ਸੋਚਾ। ਸਿਮਰੇ ਸੌਣ ਸ਼ਾਸਤਰ ਸੰਜੋਗਾ, ਅਲਖ ਨ ਲਖੀਐ ਏਕ ਖਿਨਾ। ਪੰਨਾ 1079। ਅਰਥ ਹੇ ਭਾਈ, ਘੜੀ ਮਹੂਰਤ ਪਲ ਨਿਮਖ ਆਦਿਕ ਸਮੇਂ ਦੀਆਂ ਵੰਡਾਂ ਪ੍ਰਭੂ ਦੇ ਹੁਕਮ ਨਿਯਮ ਵਿੱਚ ਲੰਘਦੇ ਜਾ ਰਹੇ ਹਨ। ਮੌਤ ਕਾਲ ਪ੍ਰਭੂ ਦੇ ਹੁਕਮ ਵਿੱਚ ਤੁਰ ਰਹੀ ਹੈ। ਜਨਮ ਅਕਾਲ ਵੀ ਪ੍ਰਭੂ ਦੇ ਹੁਕਮ ਵਿੱਚ ਤੁਰ ਰਿਹਾ ਹੈ। ਸੋਚ ਅਤੇ ਸਰੀਰਕ ਕਿਰਿਆ ਸੋਚ, ਇਹ ਵੀ ਹੁਕਮ ਵਿੱਚ ਹੀ ਕਾਰ ਚੱਲ ਰਹੀ ਹੈ। ਸੰਜੋਗ ਆਦਿਕ ਦੱਸਣ ਵਾਲੇ ਜੋਤਿਸ਼ ਅਤੇ ਹੋਰ ਸ਼ਾਸਤਰ ਉਸ ਦੇ ਹੁਕਮ ਵਿੱਚ ਹੀ ਚੱਲ ਰਹੇ ਹਨ। ਪਰ ਪ੍ਰਭੂ ਆਪ ਐਸਾ ਹੈ ਕਿ ਉਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ, ਰਤਾ ਭਰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਸੇ ਥਾਂ ਵੀ ਮੂਰਤ ਸ਼ਬਦ ਦਾ ਅਰਥ ਪੂਜਣਯੋਗ ਠਾਕਰ ਮੂਰਤੀ ਜਾਂ ਤਸਵੀਰ ਨਹੀਂ ਬਣਦੇ। ਗੁਰੂ ਨਾਨਕ ਸਾਹਿਬ ਜੀ ਦਾ ਅਥਵਾ ਬਾਕੀ ਗੁਰੂ ਸਾਹਿਬਾਨ ਦਾ ਦਿਸਦਾ ਸਰੀਰ ਗੁਰੂ ਨਹੀਂ ਸੀ, ਉਹਨਾਂ ਦਾ ਗਿਆਨ ਸਾਡਾ ਗੁਰੂ ਸੀ। ਗੁਰੂ ਮਹਾਰਾਜ ਨੇ ਆਪਣੇ ਜਿਸਮ ਦਾ ਨਾ ਕੋਈ ਚਿੱਤਰ ਬਣਵਾਇਆ ਸੀ ਤੇ ਨਾ ਹੀ ਕੋਈ ਤਸਵੀਰ ਆਦਿ ਬਣਾਉਣ ਦੀ ਆਗਿਆ ਦਿੱਤੀ ਸੀ। ਤਸਵੀਰਾਂ ਬਣਾਉਣ ਦੀ ਅਜਿਹੀ ਕੋਈ ਕਹਾਣੀ ਜੇ ਕਿਤੇ ਗੁਰੂ ਇਤਿਹਾਸ ਵਿੱਚ ਲਿਖੀ ਮਿਲਦੀ ਹੈ ਤਾਂ ਉਹ ਗੁਰਮਤਿ ਸਿਧਾਂਤ ਦੇ ਕਿਸੇ ਵਿਰੋਧੀ ਦੀ ਸ਼ਰਾਰਤ ਹੈ। ਬਾਬਾ ਲਹਿਣਾ ਜੀ ਨੂੰ ਗੁਰਿਆਈ ਸੌਂਪਣ ਤੋਂ ਪਹਿਲੇ ਦਿਨ ਕੇਵਲ ਇਹੀ ਉਪਦੇਸ਼ ਚੰਗੀ ਤਰ੍ਹਾਂ ਦ੍ਰਿੜ ਕਰਵਾਉਣ ਲਈ ਕਿ ਮਨੁੱਖਾ ਸਰੀਰ ਕਦੇ ਵੀ ਕਿਸੇ ਦਾ ਗੁਰੂ ਨਹੀਂ ਹੋ ਸਕਦਾ, ਸਤਿਗੁਰੂ ਨਾਨਕ ਸਾਹਿਬ ਜੀ ਨੇ ਜੰਗਲਾਂ ਵੱਲ ਨੂੰ ਚਾਲੇ ਪਾ ਦੇਣ ਵਾਲਾ ਨਾਟਕ ਰਚਾਇਆ ਸੀ। ਫੁੱਟਨੋਟ: ਪੁਰਾਤਨ ਜਨਮ ਸਾਖੀ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵਿਚਰਦਿਆਂ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਜੀ ਬਣਾਉਣ ਤੋਂ ਥੋੜ੍ਹੇ ਦਿਨ ਪਹਿਲਾਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅਦਭੁਤ ਕੌਤਕ ਵਰਤਾਇਆ। ਗੁਰਦੇਵ ਜੀ ਜੰਗਲ ਵੱਲ ਨੂੰ ਭੱਜ ਤੁਰੇ। ਸੰਗਤ ਮਗਰੇ ਦੌੜੀ ਤਾਂ ਅੱਗੋਂ ਪੱਥਰ ਵੱਟੇ ਪੈਂਦੇ ਸਨ। ਲੋਕਾਂ ਜਾਤਾ ਦਿਮਾਗ ਹਿੱਲ ਗਿਆ। ਬਾਬਾ ਬੁੱਢਾ ਜੀ ਵੀ ਸ਼ੂਕ ਦੇ ਆਉਂਦੇ ਵੱਟੇ ਕੋਲੋਂ ਰੁੱਖ ਦੇ ਓਹਲੇ ਹੋ ਕੇ ਬਚੇ। ਨਿਰਾਸ਼ ਹੋ ਕੇ ਸਾਰੇ ਮੁੜ ਆਏ। ਪਰ ਜਿਸ ਸੱਚੇ ਪ੍ਰੇਮੀ ਨੇ ਹਿਰਦੇ ਤੋਂ ਆਪਣੇ ਪ੍ਰੀਤਮ ਪਿਆਰੇ ਨੂੰ ਗੁਰੂ ਪਰਮੇਸ਼ਰ ਮੰਨ ਲਿਆ ਹੋਇਆ ਸੀ, ਜਿਸ ਨੇ ਜੋਤ ਨਰੰਜਨੀ ਦੇ ਝਲਕਾਰੇ ਦਾ ਵਿਸਮਾਦੀ ਆਨੰਦ ਮਾਣਨਾ ਆਰੰਭ ਕਰ ਦਿੱਤਾ ਹੋਇਆ ਸੀ, ਉਹ ਭਲਾ ਕਿਸੇ ਵੱਟੇ ਤੋਂ ਲੱਗਣ ਵਾਲੀ ਨਿਮਾਣੀ ਸੱਟ ਦੀ ਪਰਵਾਹ ਕਿਉਂ ਕਰਦੇ। ਪ੍ਰੀਤਮ ਦੇ ਇਸ ਰੰਗ ਵਿੱਚ ਸਗੋਂ ਦੂਣਾ ਚੌਣਾ ਆਨੰਦ ਮਾਣਨ ਵਾਲੇ ਮਹਾਂਪੁਰਖ ਲਹਿਣਾ ਜੀ ਭਲਾ ਪਿੱਛੇ ਕਿਵੇਂ ਮੁੜਦੇ। ਦੂਰ ਨੇੜੇ ਸਭ ਰੌਲਾ ਪੈ ਗਿਆ। ਕਰਤਾਰਪੁਰੀਏ ਬਾਬਾ ਜੀ ਜੰਗਲਾਂ ਨੂੰ ਦੌੜ ਗਏ। ਵੱਟੇ ਵੱਜਣ ਦੇ ਡਰ ਤੋਂ ਸੰਗਤਾਂ ਆਪਣੇ ਸਤਿਗੁਰਾਂ ਨੂੰ ਜੰਗਲੀ ਛੱਡ ਪਰਤੀਆਂ। ਅਜੇ ਰਾਤ ਦਾ ਹਨੇਰਾ ਆਰੰਭ ਹੀ ਹੋਇਆ ਸੀ ਕਿ ਚਰਚਾ ਚੱਲ ਨਿਕਲੀ। ਸਤਿਗੁਰੂ ਜੀ ਮੁੜ ਆਪਣੇ ਦਰਬਾਰ ਵਿੱਚ ਆ ਬਿਰਾਜੇ ਹਨ। ਜਿਹੜੇ ਕੱਲ੍ਹ ਹਨੇਰਾ ਹੁੰਦੇ ਤੱਕ ਅਤੀ ਦੁਖੀ ਸਨ, ਅਗਲੇ ਦਿਨ ਦੀ ਲੋਅ ਲੱਗਦਿਆਂ ਹੀ
ਮੁੜ ਪਰਤ ਆਉਣ ਵਾਲੀ ਖਬਰ ਨਾਲ ਖਿੜ ਗਏ। ਵਹੀਰਾਂ ਪਾ ਦਿੱਤੀਆਂ। ਸਤਿਗੁਰਾਂ ਦੇ ਦਰਸ਼ਨ ਕਰਕੇ ਕੱਲ ਸੁਣੀ ਖਬਰ ਦੇ ਅਸਰ ਨੂੰ ਮਿਟਾਉਣ ਦੀ ਉਮੰਗ ਨਾਲ ਦੀਵਾਨ ਖਚਾ ਖਚ ਭਰ ਗਿਆ। ਸਤਿਗੁਰ ਜੀ ਸਹਿਜ ਨਾਲ ਉੱਠੇ ਅਤੇ ਪਿਆਰ ਭਰੀ ਮਿੱਠੀ ਆਵਾਜ਼ ਵਿੱਚ ਪੁੱਛਿਆ, ਮੇਰੇ ਨਾਲ ਪਿਆਰ ਕਰਨ ਵਾਲੇ, ਹੇ ਮੇਰੇ ਸੱਜਣੋ, ਕੱਲ ਮੈਨੂੰ ਕਿਸੇ ਕਾਰਨ ਛੱਡ ਮੁੜੇ ਸੋ। ਬੜੇ ਦਿਲਾਸੇ ਨਾਲ ਫਿਰ ਇਹੀ ਪ੍ਰਸ਼ਨ ਦੁਹਰਾਇਆ ਤਾਂ ਸੇਜਲ ਨੇਤਰਾਂ ਵਾਲਾ ਇੱਕ ਗੁਰਸਿੱਖ ਗਲ ਵਿੱਚ ਪੱਲਾ ਪਾਈ ਹੱਥ ਬੱਝੇ ਹੋਏ ਸਿਰ ਨਵਾ ਉੱਠਿਆ। ਸੱਚੇ ਪਾਤਸ਼ਾਹ ਜੀਓ, ਕੱਲ ਤੁਹਾਡੇ ਵਿੱਚ ਉਹ ਗੱਲ ਨਹੀਂ ਸੀ ਦਿਸਦੀ। ਅਸਾਂ ਨਿਕਰਮਣਾ ਨੇ ਇਹ ਸਮਝ ਲਿਆ ਕਿ ਸਤਿਗੁਰਾਂ ਦਾ ਦਿਮਾਗ ਹਿੱਲ ਗਿਆ ਹੈ। ਸਤਿਗੁਰਾਂ ਫਿਰ ਪੁੱਛਿਆ, ਕਿਉਂ ਭਾਈ, ਤੁਹਾਡੇ ਵਿੱਚ ਕੋਈ ਅਜਿਹਾ ਹੈ ਜਿਸ ਨੇ ਕੁਝ ਹੋਰ ਕਹਿਣਾ ਹੋਵੇ? ਸਾਰੇ ਚੁੱਪ ਵਰਤੀ ਹੋਈ ਸੀ। ਸਤਿਗੁਰਾਂ ਬੜੇ ਪਿਆਰ ਨਾਲ ਸਮਝਾਉਂਦਿਆਂ ਫਰਮਾਨ ਕੀਤਾ, ਤੁਸਾਂ ਆਪ ਹੀ ਸਿੱਧ ਕਰ ਦਿੱਤਾ ਹੈ ਕਿ ਮੇਰਾ ਇਹ ਸਰੀਰ ਤੁਹਾਡਾ ਕੁਝ ਨਹੀਂ ਲੱਗਦਾ। ਤੁਸੀਂ ਇਸੇ ਸਰੀਰ ਨੂੰ ਜੰਗਲਾਂ ਵਿੱਚ ਰੁਲਦਾ ਰਹਿਣ ਲਈ ਛੱਡ ਮੁੜੇ ਸੀ। ਤੁਹਾਡਾ ਰਿਸ਼ਤਾ ਕੇਵਲ ਮੇਰੀ ਉਸ ਗੱਲ ਨਾਲ ਹੈ ਜੋ ਤੁਹਾਨੂੰ ਕੱਲ ਨਜ਼ਰ ਨਹੀਂ ਸੀ ਆ ਰਹੀ। ਤੁਸੀਂ ਜੇ ਕੁਝ ਸਤਿਕਾਰ ਕਰਦੇ ਹੋ ਤਾਂ ਕੇਵਲ ਉਸ ਸ਼ਬਦ ਦਾ, ਉਸ ਬ੍ਰਹਮ ਗਿਆਨ ਦਾ, ਉਸ ਸਿੱਖਿਆ ਦਾ ਜੋ ਤੁਸੀਂ ਇਸ ਸਰੀਰ ਦੁਆਰਾ ਸੁਣਿਆ ਕਰਦੇ ਸੀ। ਯਾਦ ਰੱਖਿਆ ਜੇ ਕਿ ਮੇਰੇ ਹੋਰ ਸਰੀਰ ਵੀ ਹੋਣੇ ਹਨ। ਤੁਸਾਂ ਮੇਰੇ ਕਿਸੇ ਵੀ ਦਿਸਦੇ ਰੂਪ ਨਾਲ ਨਹੀਂ ਜੁੜਨਾ। ਮੈਂ ਤੁਹਾਨੂੰ ਕੇਵਲ ਉਸ ਗੱਲ ਨਾਲ, ਉਸ ਗਿਆਨ ਨਾਲ, ਉਸ ਸ਼ਬਦ ਨਾਲ ਹੀ ਜੋੜਨਾ ਹੈ ਜਿਸ ਦੀ ਅਣਹੋਂਦ ਦੇ ਝਾਵਲੇ ਕਾਰਨ ਤੁਸਾਂ ਮੇਰੇ ਇਸ ਸਾਜਿੰਦ ਸਰੀਰ ਦਾ ਤਿਆਗ ਕਰ ਦਿੱਤਾ ਸੀ। ਤਿਆਰ ਹੋ ਜਾਓ ਉਸ ਸ਼ਬਦ ਗੁਰੂ ਦਾ ਲੜ ਘੁੱਟ ਕੇ ਫੜਨ ਲਈ। ਹਰਿਦੁਆਰ ਵਿਖੇ ਕਰਤਾਰਪੁਰ ਵੱਲ ਨੂੰ ਗੰਗਾ ਦਾ ਪਾਣੀ ਸੁੱਟਣਾ ਆਰੰਭ ਕਰ ਦੇਣ ਦਾ ਨਾਟਕ ਤੇ ਫਿਰ ਮੱਕੇ ਪੁੱਜ ਕੇ ਮਹਿਰਾਬੇ ਵੱਲ ਪੈਰ ਕਰਨ ਦਾ ਨਾਟਕ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਨੇ ਇਸ ਆਖਰੀ ਸੰਖੇਪ ਨਾਟਕ ਨਾਲ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਦਾ ਕਲਿਆਣਕਾਰੀ ਸਿਧਾਂਤ ਦ੍ਰਿੜ ਕਰਾ ਦਿੱਤਾ ਸੀ। ਅਥਵਾ ਦੇ ਆਕਾਰ, ਮੂਰਤੀ, ਤਸਵੀਰ ਆਦਿ ਦੀ ਪੂਜਾ ਕਰਨ ਵਾਲੇ ਭਰਮ ਵਿੱਚ ਪੈਣੋਂ ਵਰਜਿਆ ਸੀ। ਸਤਿਗੁਰਾਂ ਪ੍ਰਤੱਖ ਰੂਪ ਵਿੱਚ ਲੋਕਾਂ ਨੂੰ ਦਰਸਾ ਦਿੱਤਾ ਸੀ ਕਿ ਜਦ ਸਰੀਰ ਉਸੇ ਸਰੀਰ ਵਿਚਲੇ ਦਿਮਾਗ ਦੀ ਕਲਾ ਜੇ ਦੂਜੇ ਪਾਸੇ ਫਿਰ ਜਾਏ ਤਾਂ ਕੱਲ ਜਿਹੜਾ ਸਤਿਕਾਰਯੋਗ ਪਿਤਾ ਸੀ, ਅਜੇ ਕੱਲ ਹੀ ਜਿਹੜਾ ਪੂਜਨਿਕ ਗੁਰੂ ਸੀ, ਅੱਜ ਉਹੀ ਪਾਗਲ ਨਜ਼ਰ ਆਉਣ ਲੱਗ ਪੈਂਦਾ ਹੈ। ਅਤੇ ਕਈ ਵਾਰੀ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਅਜੇ ਕੱਲ ਤੱਕ ਦੇ ਪਰਮ ਪਿਆਰੇ ਅਤੇ ਸਤਿਕਾਰੇ ਜਾਣ ਵਾਲੇ ਸੰਬੰਧੀਆਂ ਨੂੰ ਅੱਜ ਪਾਗਲਖਾਨੇ ਛੱਡਣਾ ਪੈ ਜਾਂਦਾ ਹੈ। ਸਰੀਰ ਬਿਮਾਰ ਅਥਵਾ ਬੁੱਢਾ ਹੋ ਕੇ ਬਿਨਸ ਜਾਂਦਾ ਹੈ, ਪਰ ਜਿਹੜਾ ਉਸ ਸਰੀਰ ਨੇ ਲਾਹੇਵੰਦ ਗਿਆਨ ਵੰਡਿਆ ਹੁੰਦਾ ਹੈ ਜਾਂ ਸੁੱਚੇ ਆਚਰਣ ਵਾਲੇ ਮਿੱਠੇ ਸੁਭਾਅ ਦੁਆਰਾ ਅਤੇ ਪਰ ਉਪਕਾਰੀ ਕੰਮਾਂ ਦੇ ਕਾਰਨ ਵਾਸ਼ਨਾ ਖਿਲਾਰੀ ਹੁੰਦੀ ਹੈ, ਉਹ ਯਾਦਾਂ ਵਿੱਚ ਅਮਰ ਬਣ ਰਹਿੰਦੀ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ 9 ਹੋਰ ਜਾਮਿਆਂ ਵਿੱਚ ਵੱਖ-ਵੱਖ ਉਮਰ ਦੀਆਂ ਅੱਡ-ਅੱਡ ਸ਼ਕਲਾਂ ਵਿੱਚ ਵਿਚਰ ਕੇ ਇਹ ਗਿਆਨ ਦਿੱਤਾ ਸੀ ਕਿ ਜੇ ਸਰੀਰ ਗੁਰੂ ਹੈ ਤਾਂ ਫਿਰ ਮੇਰੇ ਕਿਸ ਸਰੂਪ ਨੂੰ ਗੁਰੂ ਮੰਨੋਗੇ? ਜੇ ਇੱਕ ਸਰੀਰ ਨੂੰ ਗੁਰੂ ਨਾਨਕ ਆਖੋਗੇ ਤਾਂ ਫਿਰ ਬਾਕੀ 9 ਵੱਖੋ ਵੱਖਰੇ ਸਰੂਪ ਕਿਸ ਦੇ ਹਨ? ਗੁਰੂ ਨਾਨਕ ਸਾਹਿਬ ਦੇ ਸਰੀਰ ਵਿੱਚ ਵਿਚਰਨ ਵਾਲੀ ਗਿਆਨ ਜੋਤ ਜੋ ਬਾਕੀ ਗੁਰੂ ਸਰੀਰਾਂ ਵਿੱਚ ਵੀ ਵਿਚਰਦੀ ਰਹੀ ਸੀ, ਉਹੀ ਜੋਤ ਸੀ ਸਾਡਾ ਜਗਤ ਗੁਰੂ ਬਾਬਾ। ਅਤੇ ਅੱਜ ਵੀ ਉਹੀ ਬ੍ਰਹਮ ਗਿਆਨ ਸੂਰਜ ਰੂਪੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੂਪਮ ਸਰੂਪ ਵਿੱਚ ਹਾਜ਼ਰ ਨਾਜ਼ਰ ਸਾਡੇ ਅੰਗ ਸੰਗ ਹੈ। ਇਸ ਨਿਆਰੀ ਜੋਤ ਨੂੰ ਛੱਡ ਕੇ ਬਿਨਸ ਚੁੱਕੇ ਸਰੀਰ ਦੀ ਤਸਵੀਰ ਦੀ ਆਰਾਧਨਾ ਕਰਨੀ ਵਿਪਰ ਕੀ ਰੀਤ ਹੈ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਪੰਨਾ 470। ਗੁਰੂ ਫਰਮਾਨ ਦੀ ਅਵੱਗਿਆ ਕਰਨ ਵਾਲੀ ਮੂਰਖਤਾਈ ਹੈ। ਗੁਰੂ ਜੀ ਦੀ ਤਸਵੀਰ ਬਣਾ ਕੇ ਉਸ ਦਾ ਧਿਆਨ ਧਰਨ ਦੀ ਗੱਲ ਕਰਨ ਵਾਲੇ ਜਾਂ ਅਗਿਆਨੀ ਹਨ ਜਾਂ ਪੁਰੋਹਿਤ ਦੇ ਚੇਲੇ ਹਨ। ਨਿਰਸੰਦੇਹ ਇਹ ਮਹਾਂਪੁਰਖ ਸਿੱਖੀ ਦਾ ਭੋਗ ਪਾਉਣ ਲਈ ਪੰਥ ਵਿੱਚ ਆ ਵੜੇ ਹਨ। ਗੁਰੂ ਸਾਹਿਬਾਨ ਦੀ ਤਸਵੀਰ ਘਰਾਂ ਵਿੱਚ ਲਾਉਣੀ ਗੁਰਮਤਿ ਦੀ ਵਿਰੋਧਤਾ ਹੈ, ਗੁਰੂ ਫਰਮਾਨਾਂ ਦੀ ਉਲੰਘਣਾ ਹੈ। ਗੁਰੂ ਜੀ ਨੂੰ ਪਿੱਠ ਦੇ ਕੇ ਵਿਪਰਨ ਕੀ ਰੀਤ ਨਾਲ ਜੁੜਨ ਦਾ ਘੋਰ ਅਪਰਾਧ ਹੈ। ਜਿਹੜੇ ਉਚੇਚੇ ਸ਼ਰਧਾਲੂ ਇਹ ਦਲੀਲ ਦਿੰਦੇ ਹਨ ਕਿ ਅਸੀਂ ਕਿਹੜੀ ਤਸਵੀਰ ਦੀ ਪੂਜਾ ਕਰਦੇ ਹਾਂ, ਕਦੇ ਬੱਚੇ ਪੁੱਛ ਲੈਂਦੇ ਹਨ ਕਿ ਸਾਡਾ ਗੁਰੂ ਕਿਹੋ ਜਿਹਾ ਸੀ, ਤਾਂ ਉਹਨਾਂ ਨੂੰ ਬਾਬੇ ਦੀ ਸ਼ਕਲ ਦੀ
ਜਾਣਕਾਰੀ ਕਰਾ ਦਿੰਦੇ ਹਾਂ। ਅਜਿਹੇ ਟੁੱਚਰਬਾਜ਼ਾਂ ਨੂੰ ਪੁੱਛੋ ਕਿ ਮੁਸਲਮਾਨ ਦੀ ਔਲਾਦ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਕਲ ਬਾਰੇ ਕਿਉਂ ਨਹੀਂ ਪੁੱਛਦੀ। ਮੁਸਲਮਾਨ ਬੱਚਿਆਂ ਨੂੰ ਸਿੱਖਾਂ ਦੇ ਬੱਚਿਆਂ ਨਾਲੋਂ ਆਪਣੇ ਧਰਮ ਦਾ ਕਿਤੇ ਵੱਧ ਪਤਾ ਹੈ। ਕਾਰਨ ਇਹ ਹੈ ਕਿ ਉਹਨਾਂ ਦੇ ਮਾਪੇ ਬੱਚਿਆਂ ਨੂੰ ਹਜ਼ਰਤ ਜੀ ਦੀ ਕਾਗਜ਼ੀ ਤਸਵੀਰ ਨਹੀਂ ਵਿਖਾਉਂਦੇ। ਉਹ ਆਪਣੇ ਬੱਚਿਆਂ ਨੂੰ ਹਜ਼ਰਤ ਮੁਹੰਮਦ ਜੀ ਦੇ ਗੁਣਾਂ ਅਤੇ ਉਹਨਾਂ ਦੇ ਉਪਦੇਸ਼ਾਂ ਦੀ ਤਸਵੀਰ ਵਿਖਾਉਂਦੇ ਹਨ। ਇੱਧਰ ਸਿੱਖ ਬੱਚਿਆਂ ਦੇ ਮਾਪਿਆਂ ਕੋਲ ਸਿਰਫ ਗੁਰੂ ਦੀਆਂ ਤਸਵੀਰਾਂ ਦੀ ਹੀ ਜਾਣਕਾਰੀ ਹੈ। ਧਰਮ ਵੱਲੋਂ ਲਗਭਗ ਕੋਰੇ ਹਨ। ਇਹੋ ਕਾਰਨ ਹੈ ਕਿ ਆਪਣੇ ਆਪ ਨੂੰ ਨਿਆਰਾ ਸਮਝਣ ਵਾਲਾ ਖਾਲਸਾ ਰਾਜ ਭਾਗ ਨੂੰ ਗਵਾ ਕੇ ਦੁਬਾਰਾ ਉਸ ਤੇਜ ਪ੍ਰਤਾਪ ਨੂੰ ਲੱਭਣ ਲਈ ਟੱਕਰਾਂ ਮਾਰ ਰਿਹਾ ਹੈ। ਪਰ ਜਿਨ੍ਹਾਂ ਨੇ ਆਪਣੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਨਹੀਂ ਬਣਵਾਈ ਅਥਵਾ ਉਸ ਦੇ ਹੁਕਮਾਂ ਨੂੰ ਨਹੀਂ ਵਿਸਾਰਿਆ, ਉਹਨਾਂ ਨੇ ਹੱਥ ਆਇਆ ਰਾਜ ਨਹੀਂ ਗਵਾਇਆ। ਆਪਣੇ ਪੈਗੰਬਰ ਅਥਵਾ ਕੁਰਾਨ ਸ਼ਰੀਫ ਦੇ ਹੁਕਮਾਂ ਨੂੰ ਸਾਰੀ ਦੁਨੀਆ 'ਤੇ ਪ੍ਰਚਾਰਨ ਦੀ ਲਗਨ ਕਾਰਨ ਦੁਨੀਆ ਦੇ ਕਿੱਡੇ ਵੱਡੇ ਹਿੱਸੇ 'ਤੇ ਰਾਜ ਭਾਗ ਦੇ ਮਾਲਕ ਬਣੀ ਬੈਠੇ ਹਨ। ਸਾਡੇ ਨਾਲ ਹੀ ਰਹਿਣ ਵਾਲੇ ਮੁਸਲਮਾਨ ਨੇ ਆਪਣਾ ਸੁਤੰਤਰ ਰਾਜ ਸਾਡੇ ਗੁਆਂਢ ਵਿੱਚ ਬਣਾ ਲਿਆ ਹੈ, ਪਰ ਸਿੱਖ ਕਿਉਂ ਨਹੀਂ ਆਪਣਾ ਕੁਝ ਬਣਾ ਸਕਿਆ? ਕਿਉਂਕਿ ਮੁਸਲਮਾਨ ਵਿਪਰ ਦੀ ਕੁਟਲ ਨੀਤੀ ਨੂੰ ਭਾਂਪ ਗਿਆ ਸੀ ਅਤੇ ਸਮਝ ਚੁੱਕਾ ਸੀ ਕਿ ਵਿਪਰ ਨਹਿਰੂ ਅਥਵਾ ਉਸ ਦੇ ਚੇਲੇ ਤੇ ਕਿਸੇ ਹਾਲਤ ਵਿੱਚ ਇਤਬਾਰ ਕਰਨਾ ਆਤਮ ਹੱਤਿਆ ਕਰ ਲੈਣ ਦੀ ਤਿਆਰੀ ਕਰਨੀ ਹੋਵੇਗੀ। ਇੱਧਰ ਅਸਾਂ ਕਲਗੀਧਰ ਪਿਤਾ ਦੀ ਕਰੜੀ ਚੇਤਾਵਨੀ ਨੂੰ ਅਥਵਾ ਉਹਨਾਂ ਦੀ ਸਖਤ ਤਾੜਨਾ ਨੂੰ ਬੇਲੋੜੀ ਸਮਝ ਕੇ 1947 ਵਿੱਚ ਹਿੰਦੂ ਨਾਲ ਪਿਆਰ ਦੀਆਂ ਪੀਂਘਾਂ ਪਾ ਕੇ ਕਲਗੀਧਰ ਦੀਆਂ ਨਜ਼ਰਾਂ ਵਿੱਚ ਬੇਪਰਤੀਤੇ ਬਣ ਜਾਣ ਨੂੰ ਚੰਗਾ ਸਮਝ ਲਿਆ। ਫਿਰ ਗੁਰੂ ਪਰਮੇਸ਼ਰ ਨੂੰ ਭੁੱਲ ਜਾਣ ਕਾਰਨ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਪੰਨਾ 135 ਵਾਲਾ ਬਚਨ ਸੱਚਾ ਹੋ ਗਿਆ। ਜਿੰਨਾ ਚਿਰ ਸਾਡੀ ਮਰਜ਼ਾਦਾ ਸਾਡਾ ਆਚਰਣ ਗੁਰੂ ਦੀ ਦਿੱਤੀ ਮੱਤ ਅਨੁਸਾਰ ਨਹੀਂ ਬਣਦਾ, ਅਸੀਂ ਭਾਵੇਂ ਲੱਖ ਮੋਰਚੇ ਲਾ ਲਈਏ, ਕਦੇ ਸੁਤੰਤਰ ਅਤੇ ਸੁਖਦਾਈ ਰਾਜ ਭਾਗ ਦੇ ਮਾਲਕ ਨਹੀਂ ਬਣ ਸਕਣਾ। ਜਿੰਨਾ ਚਿਰ ਅਸੀਂ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਅਨੁਸਾਰ ਤੁਰਨਾ ਨਹੀਂ ਸਿੱਖਦੇ, ਸਾਨੂੰ ਸੰਸਾਰ ਵਿੱਚ ਨਾਮਣੇ ਵਾਲੀ ਥਾਂ ਕਿਵੇਂ ਮਿਲ ਸਕੇਗੀ? ਪਿਛਲੇ ਸਿੰਘਾਂ ਦੇ ਕਾਰਨਾਮੇ ਲੋਕਾਂ ਨੂੰ ਸੁਣਾ ਕੇ ਨਿਆਰੇ ਬਣੀ ਫਿਰਨ ਨਾਲੋਂ ਆਪਣੇ ਵਿੱਚ ਉਹ ਗੁਣ ਪੈਦਾ ਕਰਨ ਦੀ ਲੋੜ ਹੈ। ਗੁਰੂ ਨਾਨਕ ਦੇ 10 ਸਰੂਪਾਂ ਦੀ ਜੋਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਦਿਸਦਾ ਸਰੂਪ ਸਾਡਾ ਗੁਰੂ ਨਹੀਂ ਹੈ। ਇਹ ਸਰੂਪ ਤੇ ਅਸਾਂ ਆਪ ਹੀ ਬਣਾਇਆ ਹੁੰਦਾ ਹੈ। ਮੂਰਖ ਸ਼ਰਧਾ ਅਧੀਨ ਬਾਹਰੀ ਸਰੂਪ ਦੀ ਹੀ ਪੂਜਾ ਕਰਦਿਆਂ ਉਹ ਕੁਝ ਕਰੀ ਜਾਣਾ ਜੋ ਉਸ ਦੇ ਅੰਦਰ ਵਸਦੇ ਗੁਰੂ ਨੇ ਬਾਰ-ਬਾਰ ਮਨ੍ਹਾ ਕੀਤਾ ਹੈ, ਮੰਦੇ ਭਾਗਾਂ ਦੀ ਨਿਸ਼ਾਨੀ ਹੈ। ਬਾਹਰੀ ਸਰੂਪ ਜਿਸ ਵਿੱਚ ਸਾਡਾ ਗੁਰੂ ਬਿਰਾਜਮਾਨ ਹੈ, ਉਸ ਦੀ ਸ਼ਾਨ ਸ਼ਹਿਨਸ਼ਾਹ ਵਾਲੀ ਬਣਾਉਣੀ, ਉਸ ਦਾ ਸਤਿਕਾਰ ਮਹਾਰਾਜਿਆਂ ਵਾਂਗ ਕਰਨਾ ਸਿੱਖ ਦਾ ਸ੍ਰੇਸ਼ਟ ਫਰਜ਼ ਹੈ। ਪਰ ਉਸੇ ਨੂੰ ਗੁਰੂ ਸਮਝ ਕੇ ਬਾਹਰ ਹੀ ਰਹਿ ਜਾਣਾ ਬਦਕਿਸਮਤੀ ਹੈ। ਮਹਾਰਾਜੇ ਅਤੇ ਗੁਰੂ ਵਿਚਲੇ ਫਰਕ ਨੂੰ ਸਮਝਣ ਦੀ ਲੋੜ ਹੈ। ਮਹਾਰਾਜੇ ਦੀ ਪੂਜਾ ਕਦੇ ਨਹੀਂ ਕੀਤੀ ਜਾਂਦੀ, ਪਰ ਉਸ ਦੇ ਰਹਿਣ ਲਈ ਸ਼ਾਹੀ ਮਹੱਲ ਉਸ ਦੀ ਸਵਾਰੀ ਲਈ ਅਡਰੇ ਅਤੇ ਬਹੁਮੁੱਲੇ ਸਾਧਨ ਹੁੰਦੇ ਹਨ। ਅਸੀਂ ਵੀ ਆਪਣੇ ਸੱਚੇ ਪਾਤਸ਼ਾਹ ਵਾਸਤੇ ਸਭ ਕੁਝ ਕਰੀਏ। ਉਸ ਦੇ ਦਿਸਦੇ ਸਰੂਪ ਨੂੰ ਗੁਰੂ ਮੰਨ ਕੇ ਉਸ ਦੀ ਪੂਜਾ ਕਰਨ ਨੂੰ ਕਲਿਆਣਕਾਰੀ ਸਮਝਣਾ ਪ੍ਰਭੂ ਤੋਂ ਦੂਰੀ ਦਾ ਕਾਰਨ ਬਣਦਾ ਹੈ। ਨਦਰੀ ਆਵੈ ਤਿਸ ਸਿਉ ਮੋਹ, ਕਿਉਂ ਮਿਲੀਏ ਪ੍ਰਭ ਅਬਨਾਸ਼ੀ ਤੋਹਿ, ਪੰਨਾ 801। ਬਾਹਰ ਦਿਸਦੇ ਸਰੂਪ ਨਾਲ ਹੀ ਜੁੜ ਗਏ ਤਾਂ ਅਦ੍ਰਿਸ਼ਟ ਪ੍ਰਭੂ ਦੇ ਦਰਸ਼ਨ ਕਿੱਥੋਂ? ਜੋ ਦੀਸੈ ਸੋ ਸੰਗ ਨਾ ਗਇਓ, ਸਾਕਤ ਮੂੜ ਲੱਗੇ ਪਚ ਮੋਇਓ, ਪੰਨਾ 241। ਬਾਹਰੀ ਸਰੂਪ ਨੂੰ ਗੁਰੂ ਦੱਸ ਕੇ ਉਸ ਦੀ ਪੂਜਾ ਦਾ ਉਤਸ਼ਾਹ ਦੇਣ ਵਾਲੇ ਸੰਤ ਬਾਣਿਆਂ ਵਾਲੇ ਭੇਖੀ ਵਿਪਰ ਦੇ ਏਜੰਟ ਹਨ। ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਦਿਸਦਾ ਸਰੂਪ ਨਾਸ਼ਵੰਤ ਹੈ। ਗੁਰੂ ਕੋਲ ਆ ਕੇ ਬਾਹਰ ਹੀ ਅਟਕ ਜਾਣਾ ਮੂਰਖਤਾਈ ਹੈ। ਦ੍ਰਿਸ਼ਟ ਮਾਨ ਸਭ ਬਿਨਸੀ ਗਏ, ਕਿਆ ਲੱਗੈ ਗਵਾਰ, ਪੰਨਾ 808। ਕਿੰਨੇ ਸਰੂਪ ਬਿਰਧ ਹੋ ਕੇ ਬਿਨਸ ਚੁੱਕੇ ਹਨ ਅਤੇ ਕਿੰਨੇ ਨਵੇਂ ਤੋਂ ਨਵੇਂ ਬਣੀ ਜਾ ਰਹੇ ਹਨ। ਗੁਰੂ ਦਾ ਗਿਆਨ ਆਦ ਤੋਂ ਅੱਜ ਤਾਈਂ ਨਾ ਬੁੱਢਾ ਹੋਇਆ ਨਾ ਪੁਰਾਣਾ ਹੀ ਹੋਇਆ, ਉਸੇ ਤਰ੍ਹਾਂ ਦਾ ਨਵਾਂ ਨਰੂਆ ਹੈ ਅਤੇ ਅੰਤ ਤਾਈਂ ਇਸੇ ਤਰ੍ਹਾਂ ਨਵਾਂ ਨਰੂਆ ਰਹਿਣਾ ਹੈ। ਉਸ ਨਾਲ ਜੁੜਨ ਦੀ ਲੋੜ ਹੈ। ਜੁੜਨ ਦਾ ਅਰਥ ਪੀੜੇ ਦੇ ਪਾਵੇ ਫੜ ਕੇ ਕੁੱਟਣਾ ਜਾਂ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਕਰਨਾ ਨਹੀਂ ਹੈ,
ਸਗੋਂ ਉਸ ਦੇ ਗਿਆਨ ਨੂੰ ਸਮਝ ਕੇ ਉਸ ਦੇ ਅਨੁਸਾਰ ਆਪਣਾ ਆਚਰਣ ਬਣਾਉਣਾ ਹੈ। ਗੁਰੂ ਦੀਆਂ ਤਸਵੀਰਾਂ ਨੂੰ ਘਰਾਂ ਵਿੱਚ ਰੱਖ ਕੇ ਅਥਵਾ ਕੰਧਾਂ ਨਾਲ ਟੰਗ ਕੇ ਘਰਾਂ ਨੂੰ ਸ਼ਿੰਗਾਰਨ ਵਾਲੇ ਗੁਰੂ ਤੋਂ ਬੇਮੁਖ ਹੋਣ ਦਾ ਐਲਾਨ ਕਰੀ ਬੈਠੇ ਹਨ ਜਾਂ ਆਪਣੀ ਅਗਿਆਨਤਾ ਦਾ ਢੰਡੋਰਾ ਦੇ ਰਹੇ ਹਨ। ਮੂਰਤੀ ਆਕਾਰ ਤਸਵੀਰ ਨਾਲ ਜੁੜਨਾ ਵਿਪਰਨ ਕੀ ਰੀਤ ਹੈ। ਸਾਡਾ ਮਨ ਮਾਇਆਗ੍ਰਸੀ ਵਿਪਰਨ ਕੀ ਰੀਤ ਨਾਲ ਇਸੇ ਤਰ੍ਹਾਂ ਹੀ ਜੁੜਿਆ ਹੋਇਆ ਹੈ ਜਿਵੇਂ ਕਿਸੇ ਮੂਰਤੀ ਹਸਤੀ ਦਾ ਚਿੱਤਰ ਕੰਧ 'ਤੇ ਲਕੀਰਿਆ ਹੋਵੇ ਤਾਂ ਉਹ ਕੰਧ ਨੂੰ ਨਹੀਂ ਛੱਡਦਾ। ਪਰ ਅਸੀਂ ਚਿੱਤਰ ਨਹੀਂ ਹਾਂ ਜੋ ਭੀਤ ਵਿਪਰਨ ਕੀ ਰੂਪ ਕੰਧ ਦੇ ਨਾਲ ਜੁੜੇ ਰਹਾਂਗੇ। ਸਾਡਾ ਗੁਰੂ ਕਾਮਲ ਹੈ, ਉਸ ਦੇ ਹੁਕਮਾਂ ਨੂੰ ਸਮਝੀਏ ਅਤੇ ਜੀਵਨ ਜੁਗਤ ਸਵਾਰਨ ਦਾ ਯਤਨ ਕਰੀਏ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹੀ ਨਮੀਤ, ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿ ਨ ਪੀਤ। ਪੰਨਾ 1428। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 8ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।